ਉਹ ਅਜੀਬ ਜਿਹੇ ਕੱਪੜੇ ਪਾ ਕੇ ਮੋਢੇ ਤੇ ਬਾਜ ਰੱਖ ਕੇ ਲਾਹੌਰ ਦੀਆਂ ਸੜਕਾਂ ਤੇ ਘੁੰਮਦਾ ਰਹਿੰਦਾ ਸੀ। ਸੁਸਾਇਟੀ ਵਿੱਚ ਉਸ ਦੀ ਕੋਈ ਵੈਲਿਊ ਨਹੀਂ ਸੀ, ਪਰ ਹੁਣ ਮੌਕੇ ਦੇ ਹਿਸਾਬ ਨਾਲ ਉਹ ਪ੍ਰਾਈਮ ਮਿਨਿਸਟਰ ਸੀ। ਕਿਹਾ ਜਾਂਦਾ ਹੈ ਕਿ ਉਹ ਪਹਿਲਾ ਸਰਦਾਰ ਸੀ ਜਿਸ ਨੇ ਦਾੜੀ ਬੰਨਣੀ ਸ਼ੁਰੂ ਕੀਤੀ ਤੇ ਉਸ ਨੂੰ ਰਾਜ ਪ੍ਰਬੰਧ ਨਾਲੋਂ ਪੈਰਿਸ ਦੇ ਪਰਫਿਊਮਾਂ ਦੀ ਵੱਧ ਜਾਣਕਾਰੀ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਗੇਮ ਚੇਂਜਰਸ ਸਕਸੈਸ ਦਾਰਾ ਚੈਨਲ ਤੇ ਆਪ ਸਭ ਦਾ ਜੀ ਆਇਆਂ ਨੂੰ। ਉਹ ਜਗ੍ਹਾ ਜਿੱਥੇ ਸਿੱਖ ਕਮਿਊਨਿਟੀ ਇਨਸਪਾਇਰ ਹੋਣ ਲਈ ਆਉਂਦੀ ਹੈ। ਅਕਸਰ ਜਦੋਂ ਆਪਾਂ ਮਹਾਨ ਸਿੱਖ ਰਾਜ ਦੀ ਗੱਲ ਕਰਦੇ ਹਾਂ ਤਾਂ ਗੱਲ ਹਮੇਸ਼ਾ ਹੀ ਮਹਾਰਾਜਾ ਰਣਜੀਤ ਸਿੰਘ ਤੇ ਸ਼ੁਰੂ ਹੁੰਦੀ ਹੈ ਤੇ ਉੱਥੇ ਹੀ ਖਤਮ ਹੋ ਜਾਂਦੀ ਹੈ। ਪਰ ਅੱਜ ਆਪਾਂ ਉਸ ਪੱਖ ਨੂੰ ਫਰੋਲਣ ਜਾ ਰਹੇ ਹਾਂ ਜਿਸ ਨੂੰ ਛੂਹਣ ਤੋਂ ਹਮੇਸ਼ਾ ਹੀ ਪਰਹੇਜ਼ ਕੀਤਾ ਜਾਂਦਾ ਰਿਹਾ ਹੈ। ਸ਼ਾਇਦ ਇਸ ਲਈ ਕਿਉਂਕਿ ਦਰਦਾਂ ਦੇ ਘੁੱਟ ਭਰਨੇ ਕੋਈ ਸੌਖੀ ਗੱਲ ਨਹੀਂ ਹੁੰਦੀ। ਕਿਸੇ ਨੂੰ ਭੈੜਾ ਸੁਪਨਾ ਵੀ ਆ ਜਾਵੇ ਤਾਂ ਉਹ ਦੁਬਾਰਾ ਅੱਖਾਂ ਮੀਚਦੇ ਟਾਈਮ ਸੰਕੋਚ ਕਰਦਾ ਹੈ ਕਿ ਖੋਰੇ ਉਹ ਸੁਪਨਾ ਦੁਬਾਰਾ ਨਾ ਆ ਜਾਵੇ। ਤੇ ਜਿਸ ਤਰ੍ਹਾਂ ਇੱਟਾਂ ਦੀ ਥਾਂ ਸਿਰ ਦੇ ਕੇ ਖੜਾ ਕੀਤਾ ਗਿਆ, ਸਿੱਖ ਰਾਜ ਇੰਨੀ ਛੇਤੀ ਖੁਰ ਗਿਆ, ਉਹ ਸੱਚਮੁੱਚ ਇੱਕ ਦਰਦ ਭਰੀ ਹਕੀਕਤ ਹੈ। ਆਪਾਂ ਇਸ ਨੂੰ ਭੁਲਾ ਦੇਣਾ ਚਾਹੁੰਦੇ ਹਾਂ। ਸ਼ਾਇਦ ਇਸੇ ਲਈ ਹੀ ਇਸ ਦੁੱਖ ਭਰੀ ਦਾਸਤਾਨ ਨੂੰ ਪੂਰੀ ਤਰ੍ਹਾਂ ਜਾਣੂ ਕਰਾਉਣ ਵਾਲਾ ਇੱਕ ਵੀ ਵੀਡੀਓ YouTube ਤੇ ਅਵੇਲੇਬਲ ਨਹੀਂ ਹੈ। ਵਾਟਰਲੂਫ ਦੀ ਲੜਾਈ ਵਿੱਚ ਹਾਰ ਤੋਂ ਬਾਅਦ ਫ੍ਰੈਂਚ ਲਗਭਗ ਖਤਮ ਹੋ ਗਏ ਸੀ। ਰੂਸ ਦੀ ਸ਼ਕਤੀ ਵੀ ਆਪਸੀ ਝਗੜਿਆਂ ਕਾਰਨ ਘੱਟ ਹੋ ਰਹੀ ਸੀ ਤੇ ਅੰਗਰੇਜ਼ਾਂ ਦਾ ਦਬਦਬਾ ਪੂਰੀ ਦੁਨੀਆ ਵਿੱਚ ਕਾਇਮ ਹੋ ਰਿਹਾ ਸੀ। ਅਫਗਾਨਿਸਤਾਨ ਵਿੱਚ ਤਖਤ ਤੇ ਕੌਣ ਬੈਠੂਗਾ, ਇਹ ਵੀ ਅੰਗਰੇਜ਼ ਹੀ ਇਨਫਲੂਐਂਸ ਕਰ ਰਹੇ ਸੀ ਤੇ ਲਗਭਗ ਸਾਰੇ ਭਾਰਤ ਉਪ ਮਹਾਦੀਪ ਵਿੱਚ ਹੀ ਅੰਗਰੇਜ਼ਾਂ ਦਾ ਕਬਜ਼ਾ ਸੀ। ਬਸ ਇੱਕ ਮਹਾਰਾਜਾ ਰਣਜੀਤ ਸਿੰਘ ਹੀ ਸੀ ਜੋ ਅੰਗਰੇਜ਼ਾਂ ਨੂੰ ਪੰਜਾਬ ਵੱਲ ਮੂੰਹ ਨਹੀਂ ਕਰਨ ਦੇ ਰਿਹਾ ਸੀ। ਪਰ ਫਿਰ ਇਹੋ ਜਿਹਾ ਕੀ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਕਾਲ ਚਲਾਣੇ ਦੇ ਸਿਰਫ 10 ਸਾਲਾਂ ਬਾਅਦ ਹੀ ਏਸ਼ੀਆ ਦੇ ਸਭ ਤੋਂ ਵੱਡੇ ਰਾਜ ਤੇ ਯੂਨੀਅਨ ਜੈਕ ਲਹਿਰਾ ਰਿਹਾ ਸੀ। ਕੀ ਮਹਾਰਾਜੇ ਦੇ ਵਾਰਸ ਇੰਨੇ ਨਲਾਇਕ ਸੀ ਕਿ ਉਹ ਬਣਿਆ ਬਣਾਇਆ ਰਾਜ ਵੀ ਨਹੀਂ ਸਾਂਭ ਸਕੇ, ਜਾਂ ਫਿਰ ਇਹ ਰਾਜ ਆਪਸੀ ਝਗੜਿਆਂ ਤੇ ਗਦਾਰਾਂ ਦੀ ਭੇਟ ਚੜ ਗਿਆ? ਜਾਣਾਂਗੇ ਪੂਰੀ ਸਟੋਰੀ ਡਿਟੇਲ ਵਿੱਚ। ਪਰ ਅੱਗੇ ਵਧਣ ਤੋਂ ਪਹਿਲਾਂ ਜੇ ਤੁਸੀਂ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਸਿੱਖ ਸਕਸੈਸ ਕਮਿਊਨਿਟੀ ਨੂੰ ਜੁਆਇਨ ਜ਼ਰੂਰ ਕਰ ਲਿਓ। ਮਹਾਰਾਜਾ ਰਣਜੀਤ ਸਿੰਘ ਜਦੋਂ ਆਪਣੇ ਅੰਤਿਮ ਸਾਹ ਗਿਣ ਰਹੇ ਸੀ ਤਾਂ ਉਹਨਾਂ ਆਪਣੇ ਪੁੱਤਰਾਂ, ਜਰਨੈਲਾਂ ਤੇ ਦਰਬਾਰੀਆਂ ਨੂੰ ਬੁਲਾ ਕੇ ਕਿਹਾ ਕਿ ਜੇ ਤੁਸੀਂ ਖੰਡੇ ਬਾਟੇ ਦੀ ਪਾਹੁਲ ਦੇ ਪਤਾਸੇ ਵਾਂਗ ਘੁਲ ਕੇ ਰਹੋਗੇ ਤਾਂ ਹੀ ਆਪਣਾ ਸਿੱਖ ਰਾਜ ਕਾਇਮ ਰਹਿ ਪਾਊਗਾ। ਪਰ ਮਹਾਰਾਜੇ ਦੇ ਅਕਾਲ ਚਲਾਣੇ ਦੇ ਤੁਰੰਤ ਬਾਅਦ ਹੀ ਰਾਜ ਦੇ ਲਾਲਚ ਵਿੱਚ ਖੂਨ ਖਰਾਬਾ ਸ਼ੁਰੂ ਹੋ ਗਿਆ। ਜੇ ਸਿੱਖ ਰਾਜ ਨੂੰ ਖਤਮ ਕਰਨ ਵਾਲਿਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਸਭ ਤੋਂ ਉੱਪਰ ਨਾਮ ਆਉਂਦਾ ਹੈ ਡੋਗਰੇ ਭਰਾਵਾਂ ਦਾ। ਸ਼ਰੇਆਮ ਦਰਬਾਰ ਵਿੱਚ ਕਤਲ ਹੁੰਦੇ ਰਹੇ, ਪਰ ਡੋਗਰੇ ਇੰਨੇ ਸ਼ਾਤਰ ਸੀ ਕਿ ਜ਼ਿਆਦਾਤਰ ਨੂੰ ਤਾਂ ਉਹਨਾਂ ਦੀਆਂ ਚਾਲਾਂ ਦੀ ਸਮਝ ਹੀ ਨਹੀਂ ਆ ਸਕੀ ਤੇ ਜੋ ਸਮਝ ਗਏ ਉਹਨਾਂ ਨੂੰ ਡੋਗਰਿਆਂ ਨੇ ਜਿਉਣ ਨਹੀਂ ਦਿੱਤਾ। ਇੱਥੇ ਆਪਾਂ ਮਹਾਰਾਜਾ ਰਣਜੀਤ ਸਿੰਘ ਦੀ ਗਲਤੀ ਵੀ ਮੰਨ ਸਕਦੇ ਹਾਂ ਕਿ ਜਦੋਂ ਡੋਗਰਿਆਂ ਦੀ ਗਦਾਰੀ ਕਾਰਨ ਹਰੀ ਸਿੰਘ ਨਲੂਆ ਦੀ ਹੋਈ ਸ਼ਹੀਦੀ ਦਾ ਪਤਾ ਲੱਗਿਆ ਸੀ ਤਾਂ ਉਦੋਂ ਡੋਗਰਿਆਂ ਨੂੰ ਖਤਮ ਕਰ ਦੇਣਾ ਚਾਹੀਦਾ ਸੀ। ਪਰ ਮਹਾਰਾਜਾ ਨੇ ਸਿਰਫ ਡਾਂਟ ਫਟਕਾਰ ਕੇ ਹੀ ਸਾਰ ਦਿੱਤਾ ਤੇ ਇਹੀ ਗਲਤੀ ਬਾਅਦ ਵਿੱਚ ਸਿੱਖ ਰਾਜ ਨੂੰ ਲੈ ਡੁੱਬੀ। ਸਰਦਾਰ ਹਰੀ ਸਿੰਘ ਨਲੂਆ ਜੀ ਨਾਲ ਹੋਈ ਗਦਾਰੀ ਦਾ ਪੂਰਾ ਕਿੱਸਾ ਤੁਸੀਂ ਇਸ ਵੀਡੀਓ ਨੂੰ ਕਲਿੱਕ ਕਰਕੇ ਦੇਖ ਸਕਦੇ ਹੋ। ਉਂਝ ਤਾਂ ਮਹਾਰਾਜਾ ਰਣਜੀਤ ਸਿੰਘ ਦੀਆਂ ਕਈ ਪਤਨੀਆਂ ਸੀ, ਪਰ ਮਹਾਰਾਣੀਆਂ ਦੇ ਰਾਜ ਪਰਿਵਾਰ ਵਿੱਚ ਰੁਤਬੇ ਦੇ ਆਧਾਰ ਤੇ ਬਸ 4-5 ਪੁੱਤਰਾਂ ਨੂੰ ਹੀ ਰਾਜਗੱਦੀ ਦਾ ਦਾਅਵੇਦਾਰ ਮੰਨਿਆ ਜਾਂਦਾ ਸੀ। ਅਕਾਲ ਚਲਾਣੇ ਤੋਂ ਬਾਅਦ ਮਹਾਰਾਜ ਦੇ ਕਹੇ ਅਨੁਸਾਰ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਰਾਜਪਾਟ ਸੌਂਪਿਆ ਜਾਂਦਾ ਹੈ, ਜਿਸ ਨੇ ਡੋਗਰਿਆਂ ਦੀਆਂ ਚਾਲਾਂ ਨੂੰ ਸਮਝਿਆ ਤੇ ਕਾਬੂ ਪਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਨਤੀਜਾ ਇਹ ਹੋਇਆ ਕਿ ਪਹਿਲਾਂ ਤਾਂ ਜਾਲੀ ਚਿੱਠੀਆਂ ਤੇ ਦਸਤਾਵੇਜ਼ ਬਣਾ ਕੇ ਉਸ ਦੇ ਆਪਣੇ ਹੀ ਪਰਿਵਾਰ ਨਾਲ ਮਤਭੇਦ ਪੈਦਾ ਕਰ ਦਿੱਤੇ ਗਏ ਤੇ ਫਿਰ ਕੁਝ ਮਹੀਨੇ ਤੱਕ ਸਲੋ ਪੋਇਜ਼ਨ ਦੇ ਕੇ ਉਸ ਨੂੰ ਮਰਵਾ ਦਿੱਤਾ ਗਿਆ। ਖੜਕ ਸਿੰਘ ਦੀਆਂ 7 ਰਾਣੀਆਂ ਤੇ 4 ਦਾਸੀਆਂ ਨੂੰ ਇਹਨਾਂ ਚਾਲਾਂ ਬਾਰੇ ਪਤਾ ਲੱਗ ਗਿਆ ਸੀ ਤੇ ਉਹਨਾਂ ਨੂੰ ਵੀ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ। ਸੋ ਉਹਨਾਂ ਨੇ ਬੇਗੈਰਤੀ ਦੀ ਮੌਤ ਮਰਨ ਨਾਲੋਂ ਇੱਜ਼ਤਦਾਰ ਅੰਤ ਨੂੰ ਵੱਧ ਮੁਨਾਸਿਬ ਸਮਝਿਆ ਤੇ ਆਪਣੇ ਪਤੀ ਦੀ ਚਿਖਾ ਵਿੱਚ ਬੈਠ ਕੇ ਹੀ ਸਤੀ ਹੋ ਗਈਆਂ। ਹਜੇ ਖੜਕ ਸਿੰਘ ਦੀ ਚਿਖਾ ਕੋਲ ਖੜਾ ਪੂਰਾ ਪਰਿਵਾਰ ਸ਼ੋਕ ਵਿੱਚ ਡੁੱਬਿਆ ਹੋਇਆ ਹੈ ਕਿ ਡੋਗਰਾ ਉਦਮ ਸਿੰਘ ਇੱਕ ਸਾਜ਼ਿਸ਼ ਦੇ ਤਹਿਤ ਖੜਕ ਸਿੰਘ ਦੇ ਪੁੱਤਰ ਨੌਨਿਹਾਲ ਸਿੰਘ ਦਾ ਹੱਥ ਫੜ ਕੇ ਉਸ ਨੂੰ ਕਿਲੇ ਵੱਲ ਲੈ ਜਾਂਦਾ ਹੈ ਤੇ ਇੱਕ ਸਾਜ਼ਿਸ਼ੀ ਢੰਗ ਨਾਲ ਤਿਆਰ ਕੀਤੀ ਗਈ ਕਿਲੇ ਦੀ ਡਾਟ ਡਿੱਗਦੀ ਹੈ ਤੇ ਨੌਨਿਹਾਲ ਸਿੰਘ ਜ਼ਖਮੀ ਹੋ ਜਾਂਦਾ ਹੈ। ਕਰਨਲ ਗੋਰਡਨਰ ਲਿਖਦੇ ਹਨ ਕਿ ਸਿਵਲ ਵਰਦੀ ਵਿੱਚ ਤੋਪਖਾਨੇ ਦੇ ਜਵਾਨ ਲਿਆਂਦੇ ਗਏ ਤੇ ਕਿਲੇ ਦੀ ਡਾਟ ਵਿੱਚ ਬਰੂਦ ਭਰਿਆ ਗਿਆ ਸੀ। ਫਿਰ ਉਹ ਫੱਟੜ ਪਏ ਨੌਨਿਹਾਲ ਸਿੰਘ ਨੂੰ ਅੰਦਰ ਲਿਜਾ ਕੇ ਕਿਲੇ ਦਾ ਦਰਵਾਜ਼ਾ ਬੰਦ ਕਰ ਲੈਂਦੇ ਹਨ। ਨੌਨਿਹਾਲ ਦੀ ਮਾਤਾ, ਪਤਨੀ ਤੇ ਪੂਰਾ ਪਰਿਵਾਰ ਦਰਵਾਜ਼ਾ ਖੜਖੜਾਉਂਦਾ ਰਹਿੰਦਾ ਹੈ ਪਰ ਦਰਵਾਜ਼ਾ ਖੋਲ੍ਹਿਆ ਨਹੀਂ ਜਾਂਦਾ। ਕਰਨਲ ਗੋਰਡਨਰ ਅਨੁਸਾਰ ਜਦੋਂ ਨੌਨਿਹਾਲ ਨੂੰ ਅੰਦਰ ਲਿਜਾ ਕੇ ਬਿਸਤਰ ਤੇ ਲਿਟਾਇਆ ਸੀ ਤਾਂ ਬਿਸਤਰ ਤੇ ਇੱਕ ਸਿੱਕੇ ਦੇ ਬਰਾਬਰ ਲਹੂ ਦਾ ਨਿਸ਼ਾਨ ਸੀ, ਪਰ ਅਗਲੇ ਦਿਨ ਜਦੋਂ ਦਰਵਾਜ਼ਾ ਖੋਲ੍ਹਿਆ ਜਾਂਦਾ ਹੈ ਤਾਂ ਪਲੰਗ ਦੇ ਕੋਲ ਖੂਨ ਦੀ ਇੱਕ ਛੱਪੜੀ ਜੀ ਲੱਗੀ ਹੋਈ ਸੀ। ਡੋਗਰਿਆਂ ਨੇ ਕੰਵਰ ਨੌਨਿਹਾਲ ਸਿੰਘ ਦੇ ਸਿਰ ਵਿੱਚ ਪੱਥਰ ਮਾਰ-ਮਾਰ ਕੇ ਉਸ ਨੂੰ ਬਿਸਤਰ ਤੇ ਪਏ ਨੂੰ ਹੀ ਕਤਲ ਕਰ ਦਿੱਤਾ। ਸਰਦਾਰ ਇਕੱਠੇ ਹੋਏ ਕਿਉਂਕਿ 2 ਦਿਨਾਂ ਵਿੱਚ ਰਾਜ ਪਰਿਵਾਰ ਵਿੱਚ ਦੂਸਰੀ ਮੌਤ ਸੀ। ਪਹਿਲੀ ਮਹਾਰਾਜਾ ਖੜਕ ਸਿੰਘ ਦੀ ਮੌਤ
ਤੇ ਫਿਰ ਉਸ ਪੁੱਤਰ ਦੀ ਮੌਤ ਜਿਸ ਦੇ ਬਾਰੇ ਅੰਗਰੇਜ਼ ਖੁਦ ਕਹਿੰਦੇ ਸਨ ਕਿ ਜੇ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਦਾ ਇਹ ਚਿਰਾਗ ਨਾ ਬੁਝਦਾ ਤਾਂ ਅੱਜ ਸ਼ਾਇਦ ਭਾਰਤ ਦਾ ਨਕਸ਼ਾ ਹੀ ਕੁਝ ਹੋਰ ਹੋਣਾ ਸੀ। 12 ਸਾਲ ਦੀ ਉਮਰ ਵਿੱਚ ਉਸਨੇ ਐਡਵਾਂਸ ਟੈਕਨੋਲੋਜੀ ਦੀ ਇੱਕ ਇਹੋ ਜਿਹੀ ਤੋਪ ਤਿਆਰ ਕੀਤੀ ਸੀ ਜਿਸ ਨੂੰ ਦੇਖ ਕੇ ਅੰਗਰੇਜ਼ ਵੀ ਹੈਰਾਨ ਰਹਿ ਗਏ ਸਨ। ਉਸਨੇ ਬੜੀ ਹੀ ਬਹਾਦਰੀ ਤੇ ਅਹਿਮੀਅਤ ਨਾਲ ਕਈ ਜੰਗਾਂ ਤੇ ਮੁਹਿੰਮਾਂ ਵਿੱਚ ਹਿੱਸਾ ਲਿਆ ਸੀ ਤੇ ਪੂਰੇ ਸਿੱਖ ਸਮਾਜ ਨੂੰ ਉਸ ਤੋਂ ਬੜੀਆਂ ਉਮੀਦਾਂ ਸਨ। ਸਿੱਖ ਸਰਦਾਰਾਂ ਨੇ ਫੈਸਲਾ ਲਿਆ ਕਿ ਨੌਨਿਹਾਲ ਦੀ ਪਤਨੀ ਬੀਬੀ ਨਾਨਕੀ ਗਰਭਵਤੀ ਹੈ। ਜੇ ਉਸ ਦੀ ਕੁੱਖ ਤੋਂ ਪੁੱਤਰ ਜਨਮ ਲਵੇਗਾ ਤਾਂ ਉਸ ਨੂੰ ਰਾਜਗੱਦੀ ਤੇ ਬਿਠਾਇਆ ਜਾਊਗਾ। ਜਦੋਂ ਡੋਗਰਿਆਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਦਾਸੀਆਂ ਕੋਲੋਂ ਜ਼ਹਿਰ ਦਵਾ ਕੇ ਬੀਬੀ ਨਾਨਕੀ ਤੇ ਉਸ ਦੀ ਕੁੱਖ ਵਿੱਚ ਪਲ ਰਹੇ ਪੁੱਤਰ ਦੋਨਾਂ ਨੂੰ ਮਰਵਾ ਦਿੱਤਾ। ਜਦੋਂ ਇੱਕ ਪੂਰੀ ਪੀੜ੍ਹੀ ਡੋਗਰਿਆਂ ਨੇ ਖਤਮ ਕਰ ਦਿੱਤੀ ਤਾਂ ਡੋਗਰਿਆਂ ਦੇ ਪ੍ਰਭਾਵ ਵਿੱਚ ਆ ਕੇ ਸਿੱਖ ਸਰਦਾਰਾਂ ਨੇ ਫੈਸਲਾ ਲਿਆ ਕਿ ਕੁੰਵਰ ਸ਼ੇਰ ਸਿੰਘ ਦਾ ਵਿਆਹ ਵੱਡੇ ਭਰਾ ਖੜਕ ਸਿੰਘ ਦੀ ਵਿਧਵਾ ਚੰਦ ਕੌਰ ਨਾਲ ਕਰਾ ਕੇ ਸ਼ੇਰ ਸਿੰਘ ਨੂੰ ਰਾਜਗੱਦੀ ਸੌਂਪ ਦਿੱਤੀ ਜਾਵੇ। ਡੋਗਰੇ ਸ਼ੇਰ ਸਿੰਘ ਨੂੰ ਮਹਾਰਾਜ ਇਸ ਲਈ ਬਣਾਉਣਾ ਚਾਹੁੰਦੇ ਸਨ ਕਿਉਂਕਿ ਉਹ ਇੱਕ ਯੋਗ ਉਮੀਦਵਾਰ ਨਹੀਂ ਸੀ। ਸ਼ੇਰ ਸਿੰਘ ਇੱਕ ਸ਼ਰਾਬੀ ਤੇ ਵਿਲਾਸਤਾ ਵਿੱਚ ਡੁੱਬੇ ਰਹਿਣ ਵਾਲਾ ਬੰਦਾ ਸੀ। ਕਿਹਾ ਜਾਂਦਾ ਹੈ ਕਿ ਉਹ ਪਹਿਲਾ ਸਰਦਾਰ ਸੀ ਜਿਸ ਨੇ ਦਾੜੀ ਬੰਨਣੀ ਸ਼ੁਰੂ ਕੀਤੀ ਤੇ ਉਸ ਨੂੰ ਰਾਜ ਪ੍ਰਬੰਧ ਨਾਲੋਂ ਪੈਰਿਸ ਦੇ ਪਰਫਿਊਮਾਂ ਦੀ ਵੱਧ ਜਾਣਕਾਰੀ ਸੀ। ਪਰ ਚੰਦ ਕੌਰ ਨੂੰ ਰਾਜਪਾਟ ਦੀ ਪੂਰੀ ਸਮਝ ਸੀ। ਇਸ ਲਈ ਡੋਗਰਿਆਂ ਨੇ ਸੁੱਤੀ ਪਈ ਚੰਦ ਕੌਰ ਦੇ ਸਿਰ ਵਿੱਚ ਪੱਥਰ ਮਾਰ ਕੇ ਉਸ ਨੂੰ ਮਰਵਾ ਦਿੱਤਾ ਤੇ ਸ਼ੇਰ ਸਿੰਘ ਦਾ ਰਾਜ ਤਿਲਕ ਕਰ ਦਿੱਤਾ। ਪਰ ਕੁਝ ਸਮੇਂ ਬਾਅਦ ਸ਼ੇਰ ਸਿੰਘ ਵੀ ਡੋਗਰਿਆਂ ਨੂੰ ਕੁਝ ਸਮਝਣ ਲੱਗ ਪਿਆ ਸੀ। ਉਸ ਸਮੇਂ ਸਿੱਖ ਦਰਬਾਰ ਵਿੱਚ ਦਰਬਾਰੀਆਂ ਦੇ ਕਈ ਧੜੇ ਬਣ ਗਏ ਸਨ। ਇਹਨਾਂ ਚੋਂ ਇੱਕ ਧੜਾ ਸੀ ਸੰਧਾ ਵਾਲੀਆਂ ਦਾ, ਜੋ ਕਿ ਡੋਗਰਿਆਂ ਦੇ ਵੱਧਦੇ ਪ੍ਰਭਾਵ ਤੋਂ ਡਰ ਕੇ ਪੰਜਾਬ ਛੱਡ ਕੇ ਚਲਾ ਗਿਆ ਸੀ। ਸ਼ੇਰ ਸਿੰਘ ਨੇ ਉਹਨਾਂ ਨੂੰ ਸੁਨੇਹਾ ਭੇਜ ਕੇ ਵਾਪਸ ਬੁਲਾਇਆ ਤੇ ਡੋਗਰਿਆਂ ਨੂੰ ਪਿੱਛੇ ਕਰਕੇ ਉਹਨਾਂ ਨੂੰ ਦਰਬਾਰ ਵਿੱਚ ਮੁੱਖ ਅਹੁਦਿਆਂ ਤੇ ਬਿਠਾ ਦਿੱਤਾ। ਇਹਨਾਂ ਚੋਂ ਮੇਨ ਸਨ ਅਜੀਤ ਸਿੰਘ ਸੰਧਾਵਾਲੀਆ ਤੇ ਲਹਿਣਾ ਸਿੰਘ ਮਜੀਠੀਆ। ਪਰ ਦੁੱਖ ਦੀ ਗੱਲ ਇਹ ਹੈ ਕਿ ਰਾਜ ਪਰਿਵਾਰ ਨੇ ਜਿਸ ਤੇ ਵੀ ਵਿਸ਼ਵਾਸ ਕੀਤਾ ਸਭ ਨੇ ਉਹਨਾਂ ਨਾਲ ਦਗਾ ਹੀ ਕਮਾਈ। ਇੱਕ ਦਿਨ ਸ਼ੇਰ ਸਿੰਘ ਅਖਾੜੇ ਵਿੱਚ ਬੈਠਾ ਕੁਸ਼ਤੀ ਵੇਖ ਰਿਹਾ ਸੀ। ਅਜੀਤ ਸਿੰਘ ਤੇ ਲਹਿਣਾ ਸਿੰਘ ਉਸ ਕੋਲ ਇੱਕ ਡਬਲ ਬੈਰਲ ਗਨ ਲੈ ਕੇ ਆਉਂਦੇ ਹਨ ਤੇ ਕਹਿੰਦੇ ਹਨ ਕਿ ਅੰਗਰੇਜ਼ਾਂ ਦੀ ਬਣਾਈ ਇਹ ਗਨ ਜੇ ਤੁਸੀਂ ਪਾਸ ਕਰਦੇ ਹੋ ਤਾਂ ਆਪਾਂ ਆਰਮੀ ਲਈ ਆਰਡਰ ਕਰ ਦਈਏ। ਮਹਾਰਾਜਾ ਸ਼ੇਰ ਸਿੰਘ ਉਹ ਬੰਦੂਕ ਚਲਾ ਕੇ ਦਿਖਾਉਣ ਲਈ ਕਹਿੰਦਾ ਹੈ, ਪਰ ਅਜੀਤ ਸਿੰਘ ਧੋਖੇ ਨਾਲ ਉਸੇ ਬੰਦੂਕ ਨਾਲ ਹੀ ਸ਼ੇਰ ਸਿੰਘ ਤੇ ਫਾਇਰ ਕਰਕੇ ਉਸ ਦੀ ਖੋਪੜੀ ਉਡਾ ਦਿੰਦਾ ਹੈ। ਲਹਿਣਾ ਸਿੰਘ ਕੋਲ ਖੜੇ ਸ਼ੇਰ ਸਿੰਘ ਦੇ 10 ਸਾਲੀ ਪੁੱਤਰ ਦਾ ਸਿਰ ਵੱਢ ਕੇ ਉਸ ਨੂੰ ਵੀ ਕਤਲ ਕਰ ਦਿੰਦਾ ਹੈ। ਫਿਰ ਉਹ ਦੋਵੇਂ ਡੋਗਰੇ ਨੂੰ ਸੁਨੇਹਾ ਭੇਜਦੇ ਹਨ ਕਿ ਅਸੀਂ ਸਾਰੀਆਂ ਰੁਕਾਵਟਾਂ ਖਤਮ ਕਰ ਦਿੱਤੀਆਂ ਨੇ, ਆਓ ਹੁਣ ਰਲ ਕੇ ਰਾਜ ਕਰੀਏ। ਇਸ ਤੋਂ ਬਾਅਦ ਦੋਵੇਂ ਧੜਾਂ ਦਰਬਾਰ ਵਿੱਚ ਇਕੱਠੀਆਂ ਹੁੰਦੀਆਂ ਹਨ ਤੇ ਪਹਿਲਾਂ ਬਣਾਈ ਯੋਜਨਾ ਮੁਤਾਬਿਕ ਸੰਧਾਵਾਲੀਏ ਅਚਾਨਕ ਹਮਲਾ ਕਰਕੇ ਡੋਗਰੇ ਤੇ ਉਹਨਾਂ ਦੇ ਸਾਰੇ ਸਮਰਥਕਾਂ ਨੂੰ ਕਤਲ ਕਰ ਦਿੰਦੇ ਹਨ। ਕੁਝ ਇੱਕਾ ਦੁੱਕਾ ਡੋਗਰੇ ਜੋ ਕਿਸਮਤ ਨਾਲ ਦਰਬਾਰ ਵਿੱਚ ਮੌਜੂਦ ਨਹੀਂ ਸਨ ਬਚ ਜਾਂਦੇ ਹਨ। ਇਹਨਾਂ ਚੋਂ ਇੱਕ ਸੀ ਹੀਰਾ ਸਿੰਘ, ਜੋ ਮਹਾਰਾਜਾ ਸ਼ੇਰ ਸਿੰਘ ਨੂੰ ਆਪਣਾ ਬਾਪੂ ਕਹਿੰਦਾ ਸੀ। ਜਦੋਂ ਉਸ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਤਾਂ ਉਹ ਸਿੱਧਾ ਭੱਜ ਕੇ ਆਰਮੀ ਕੋਲ ਜਾਂਦਾ ਹੈ ਤੇ ਪੂਰੀ ਘਟਨਾ ਨੂੰ ਦੱਸਦਿਆਂ ਬੜੀ ਹੀ ਜੋਸ਼ੀਲੀ ਸਪੀਚ ਦਿੰਦਾ ਹੈ। ਆਰਮੀ ਨੂੰ ਆਪਣੇ ਪੱਖ ਵਿੱਚ ਨਾਲ ਲੈ ਕੇ ਲਿਜਾ ਕੇ ਸਾਰੇ ਸੰਧਾਵਾਲੀਆਂ ਨੂੰ ਕਤਲ ਕਰਵਾ ਦਿੰਦਾ ਹੈ। ਹੁਣ ਜਿਵੇਂ ਕਿ ਮੈਂ ਪਿਛਲੇ ਵੀਡੀਓ ਵਿੱਚ ਦੱਸਿਆ ਸੀ ਕਿ ਜੰਗ ਵਿੱਚ ਹੋਈਆਂ ਮੌਤਾਂ ਤੋਂ ਇਲਾਵਾ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿੱਚ ਕਦੇ ਕਿਸੇ ਨੂੰ ਕਤਲ ਨਹੀਂ ਕੀਤਾ ਗਿਆ ਸੀ ਤੇ ਅੱਜ ਉਸੇ ਦਰਬਾਰ ਵਿੱਚ ਮਹਾਰਾਜਾ, ਸ਼ਹਿਜ਼ਾਦੇ ਤੇ ਦਰਬਾਰੀਆਂ ਨੂੰ ਮਿਲਾ ਕੇ ਕੁੱਲ 200 ਤੋਂ ਵੱਧ ਕਤਲ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਹੀਰਾ ਸਿੰਘ ਗੁਮਨਾਮੀ ਦੀ ਜ਼ਿੰਦਗੀ ਜੀ ਰਹੇ ਦਲੀਪ ਸਿੰਘ ਤੇ ਮਹਾਰਾਣੀ ਜਿੰਦਾ ਨੂੰ ਦਰਬਾਰ ਵਿੱਚ ਲਿਆਉਂਦਾ ਹੈ ਤੇ 7 ਸਾਲ ਦੇ ਦਲੀਪ ਸਿੰਘ ਨੂੰ ਤਖਤ ਤੇ ਬਿਠਾ ਕੇ ਆਪ ਪ੍ਰਾਈਮ ਮਿਨਿਸਟਰ ਬਣ ਜਾਂਦਾ ਹੈ। ਪਰ ਇਸ ਗੱਲ ਤੋਂ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਪਿਸ਼ੌਰਾ ਸਿੰਘ ਤੇ ਕਸ਼ਮੀਰਾ ਸਿੰਘ ਖਾਰ ਖਾਣ ਲੱਗ ਪੈਂਦੇ ਹਨ, ਕਿਉਂਕਿ ਇੱਕ ਤਾਂ ਦਲੀਪ ਸਿੰਘ ਉਮਰ ਵਿੱਚ ਉਹਨਾਂ ਤੋਂ ਛੋਟਾ ਸੀ, ਦੂਸਰਾ ਉਸ ਦੀ ਮਾਤਾ ਜਿੰਦਾ ਦਾ ਰੁਤਬਾ ਵੀ ਰਾਜ ਘਰਾਣੇ ਵਿੱਚ ਕੋਈ ਬਾਲਾ ਵੱਡਾ ਨਹੀਂ ਸੀ, ਕਿਉਂਕਿ ਰਾਣੀ ਜਿੰਦਾ ਕਿਸੇ ਰਾਜ ਘਰਾਣੇ ਤੋਂ ਨਹੀਂ ਸੀ। ਉਹ ਸਰਕਾਰੀ ਕੁੱਤਿਆਂ ਦੇ ਤਬੇਲਿਆਂ ਦੇ ਇੰਚਾਰਜ ਦੀ ਧੀ ਸੀ। ਉਸ ਦਾ ਵਿਆਹ ਮਹਾਰਾਜੇ ਨਾਲ ਉਦੋਂ ਹੋਇਆ ਸੀ ਜਦੋਂ ਮਹਾਰਾਜਾ ਰਣਜੀਤ ਸਿੰਘ 55 ਸਾਲ ਦੇ ਸੀ ਤੇ ਰਾਣੀ ਜਿੰਦਾ 18 ਸਾਲ ਦੀ। ਹਰ ਤੀਜੇ ਦਿਨ ਹੋ ਰਹੇ ਤਖਤਾ ਪਲਟ ਦਾ ਅਸਰ ਰਾਜ ਪ੍ਰਬੰਧ ਤੇ ਵੀ ਦਿਖਣਾ ਸ਼ੁਰੂ ਹੋ ਗਿਆ ਸੀ। ਆਰਮੀ ਵੀ ਅਨਡਿਸਿਪਲਿਨ ਹੋਣੀ ਸ਼ੁਰੂ ਹੋ ਗਈ ਸੀ। ਆਰਮੀ ਨੇ ਪੰਚਾਇਤੀ ਸਿਸਟਮ ਬਣਾ ਕੇ ਆਪਣੇ ਫੈਸਲੇ ਆਪ ਲੈਣੇ ਸ਼ੁਰੂ ਕਰ ਦਿੱਤੇ ਸਨ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਕੋਈ ਬਾਲੀ ਹੱਥ ਚੁੱਕਦਾ ਹੈ ਤਾਂ ਉਸ ਦੇ ਵਿਰੋਧ ਵਿੱਚ ਕੋਈ ਨਾ ਕੋਈ ਸੂਰਮਾ ਤਾਂ ਸਿਰ ਕੱਢਦਾ ਹੀ ਹੈ। ਇਸ ਦੌਰ ਵਿੱਚ ਇਹ ਬੀੜਾ ਚੁੱਕਿਆ ਸੰਤ ਬਾਬਾ ਵੀਰ ਸਿੰਘ ਜੀ ਔਰੰਗਾਬਾਦ ਵਾਲਿਆਂ ਨੇ। ਉਹਨਾਂ ਦੇ ਡੇਰੇ ਵਿੱਚ ਰੂਹਾਨੀ ਵਿੱਦਿਆ ਦੇ ਨਾਲ ਤਲਵਾਰਬਾਜ਼ੀ, ਘੋੜਸਵਾਰੀ ਤੇ ਇੱਥੋਂ ਤੱਕ ਕਿ ਤੋਪ ਚਲਾਉਣ ਦੀ ਵਿੱਦਿਆ ਵੀ ਦਿੱਤੀ ਜਾਂਦੀ ਸੀ। ਉਹਨਾਂ ਕੋਲ ਚੇਲਿਆਂ ਦੀ ਕਾਫੀ ਵੱਡੀ ਫੌਜ ਸੀ। ਸੰਤ ਜੀ ਦਾ ਰੁਤਬਾ ਇੰਨਾ ਸੀ ਕਿ ਮਹਾਰਾਜਾ ਰਣਜੀਤ ਸਿੰਘ ਵੀ ਉਹਨਾਂ ਦੇ ਹੁਕਮ ਦੀ ਪਾਲਣਾ ਕਰਦੇ ਸਨ। ਉਧਰੋਂ ਮਹਾਰਾਜਾ ਰਣਜੀਤ ਸਿੰਘ ਦੇ ਨਾਰਾਜ਼ ਪੁੱਤਰ ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਅਤਰ ਸਿੰਘ ਤੇ ਹੋਰ ਕਈ ਸਿੱਖ ਸਰਦਾਰ ਆ ਕੇ ਉਹਨਾਂ ਨਾਲ ਜੁੜਨ ਲੱਗ ਪਏ। ਵੱਧਦੀ ਬਗਾਵਤ ਨੂੰ ਦੇਖ ਕੇ ਪਰ ਸੰਤ ਜੀ ਦਾ ਰੁਤਬਾ ਇੰਨਾ ਸੀ ਕਿ ਪ੍ਰਾਈਮ ਮਿਨਿਸਟਰ ਦੇ ਕਈ ਵਾਰ ਹੁਕਮ ਦੇਣ ਤੋਂ ਬਾਅਦ ਵੀ ਆਰਮੀ ਡੇਰੇ ਤੇ ਹਮਲਾ ਕਰਨਾ ਨਹੀਂ ਚਾਹੁੰਦੀ ਸੀ। ਹੀਰਾ ਸਿੰਘ ਨੇ ਹਰ ਸਿਪਾਹੀ ਦੀ 1-1 ਰੁਪਿਆ ਤਨਖਾਹ ਵਧਾ ਦਿੱਤੀ ਤੇ ਅਫਸਰਾਂ ਨੂੰ ਵੀ ਕਈ ਤਰ੍ਹਾਂ ਦੇ ਲਾਲਚ ਦਿੱਤੇ।
ਲਾਲਚ ਵਿੱਚ ਆ ਕੇ ਆਰਮੀ ਨੇ ਡੇਰੇ ਤੇ ਹਮਲਾ ਕੀਤਾ ਤੇ 25 ਤੋਪਾਂ ਨਾਲ ਡੇਰੇ ਨੂੰ ਘੇੜ ਕੇ ਉਡਾ ਦਿੱਤਾ ਗਿਆ। ਬਾਬਾ ਵੀਰ ਸਿੰਘ ਜੀ ਦੇ ਨਾਲ ਕਸ਼ਮੀਰਾ ਸਿੰਘ, ਅਤਰ ਸਿੰਘ ਤੇ ਹਜ਼ਾਰਾਂ ਹੋਰ ਸਿੱਖ ਉਸ ਡੇਰੇ ਵਿੱਚ ਸ਼ਹੀਦ ਹੋ ਗਏ। ਲਾਲਚ ਵਿੱਚ ਆ ਕੇ ਆਰਮੀ ਨੇ ਡੇਰੇ ਤੇ ਹਮਲਾ ਤਾਂ ਕਰ ਦਿੱਤਾ, ਪਰ ਇਸ ਤੋਂ ਬਾਅਦ ਆਰਮੀ ਦੀ ਛਵੀ ਸਮਾਜ ਵਿੱਚ ਬਹੁਤ ਜ਼ਿਆਦਾ ਖਰਾਬ ਹੋ ਗਈ। ਜਦੋਂ ਬਾਜ਼ਾਰ ਵਿੱਚੋਂ ਕੋਈ ਸਿਪਾਹੀ ਲੰਘਦਾ ਸੀ ਤਾਂ ਲੋਕੀ ਤਾਨਾ ਮਾਰਦੇ ਸੀ, ਉਹ ਜਾਂਦਾ ਗੁਰੂ ਮਾਰ। ਹੌਲੀ ਆਰਮੀ ਨੂੰ ਮਹਿਸੂਸ ਹੋਣ ਲੱਗ ਪਿਆ ਕਿ ਹੀਰਾ ਸਿੰਘ ਨੇ ਉਹਨਾਂ ਤੋਂ ਬਹੁਤ ਵੱਡਾ ਗਲਤ ਕੰਮ ਕਰਾ ਦਿੱਤਾ ਹੈ। ਹੁਣ ਆਰਮੀ ਵਿੱਚ ਵਿਰੋਧ ਦੇ ਸੁਰ ਗੂੰਜਣ ਲੱਗ ਪਏ ਸਨ। ਉਸ ਸਮੇਂ ਰਾਜ ਦਰਬਾਰ ਦਾ ਫਾਈਨੈਂਸ ਮਿਨਿਸਟਰ ਹੁੰਦਾ ਸੀ ਪੰਡਤ ਜੱਲਾ, ਜਿਸ ਦਾ ਦਬਦਬਾ ਇੰਨਾ ਸੀ ਕਿ ਕਿਹਾ ਜਾਂਦਾ ਸੀ ਉੱਪਰ ਅੱਲਾ ਥੱਲੇ ਜੱਲਾ। ਹਾਲਾਂਕਿ ਆਪਣਾ ਕੰਮ ਕਢਾਉਣ ਲਈ ਉਹਨਾਂ ਨੇ ਆਰਮੀ ਦੀ ਤਨਖਾਹ ਜ਼ਰੂਰ ਵਧਾਈ ਸੀ, ਪਰ ਉਂਝ ਉਹ ਬੜਾ ਹੀ ਨੀਚ ਤੇ ਕੰਜੂਸ ਬੰਦਾ ਸੀ ਤੇ ਆਰਮੀ ਨੂੰ ਪੈਸਾ ਦੇ ਕੇ ਰਾਜੀ ਨਹੀਂ ਸੀ। ਟੌਪਿਕ ਤੋਂ ਹਟ ਕੇ ਇੱਕ ਗੱਲ ਦੱਸਾਂ ਤਾਂ ਜਲਿਆਂਵਾਲਾ ਬਾਗ ਇਸ ਜੱਲੇ ਦੀ ਜ਼ਮੀਨ ਤੇ ਹੀ ਬਣਿਆ ਹੋਇਆ ਹੈ। ਆਰਮੀ ਦੇ ਬਗਾਵਤੀ ਸੁਰ ਦੇਖ ਕੇ ਹੀਰਾ ਸਿੰਘ ਤੇ ਜੱਲੇ ਨੂੰ ਅੰਦਾਜ਼ਾ ਹੋ ਗਿਆ ਸੀ ਕਿ ਉਹਨਾਂ ਕੋਲ ਹੁਣ ਬਹੁਤ ਥੋੜਾ ਟਾਈਮ ਬਚਿਆ ਹੈ, ਸੋ ਉਹਨਾਂ ਨੇ ਸੋਨੇ ਚਾਂਦੀ ਦੇ ਗੱਡੇ ਭਰ ਕੇ ਜੰਮੂ ਵੱਲ ਭੇਜਣੇ ਸ਼ੁਰੂ ਕਰ ਦਿੱਤੇ, ਜਿੱਥੇ ਡੋਗਰੇ ਸਮਾਜ ਦਾ ਮੇਨ ਅੱਡਾ ਸੀ। ਆਰਮੀ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਸਿਪਾਹੀ ਇਹਨਾਂ ਦੇ ਪਿੱਛੇ ਭੱਜੇ ਤੇ ਥੋੜੀ ਦੂਰੀ ਤੇ ਹੀ ਕਾਬੂ ਕਰਕੇ ਦੋਹਾਂ ਨੂੰ ਕਤਲ ਕਰ ਦਿੱਤਾ ਗਿਆ। ਮਹਾਰਾਣੀ ਜਿੰਦਾ, ਜੋ ਕਿ ਦਲੀਪ ਸਿੰਘ ਦੇ ਬਿਹਾਫ ਤੇ ਰਾਜ ਕਰ ਰਹੀ ਸੀ, ਹਜੇ ਤੱਕ ਸਿਰਫ ਨਾਮ ਦੀ ਹੀ ਸ਼ਾਸਕ ਸੀ, ਪਰ ਹੀਰਾ ਸਿੰਘ ਤੇ ਪੰਡਤ ਜੱਲੇ ਦੇ ਕਤਲ ਤੋਂ ਬਾਅਦ ਹੁਣ ਮੇਨ ਪਾਵਰ ਉਸ ਦੇ ਹੱਥ ਵਿੱਚ ਆ ਗਈ ਸੀ। ਉਸਨੇ ਪ੍ਰਾਈਮ ਮਿਨਿਸਟਰ ਦੇ ਅਹੁਦੇ ਤੇ ਆਪਣੇ ਭਰਾ ਜਵਾਰ ਸਿੰਘ ਨੂੰ ਬਿਠਾ ਦਿੱਤਾ, ਜੋ ਕਿ ਬਿਲਕੁਲ ਹੀ ਨਕਾਰਾ ਬੰਦਾ ਸੀ। ਉਹ ਅਜੀਬ ਜਿਹੇ ਕੱਪੜੇ ਪਾ ਕੇ ਮੋਢੇ ਤੇ ਬਾਜ ਰੱਖ ਕੇ ਲਾਹੌਰ ਦੀਆਂ ਸੜਕਾਂ ਤੇ ਘੁੰਮਦਾ ਰਹਿੰਦਾ ਸੀ। ਸੁਸਾਇਟੀ ਵਿੱਚ ਉਸਦੀ ਕੋਈ ਵੈਲਿਊ ਨਹੀਂ ਸੀ, ਪਰ ਹੁਣ ਮੌਕੇ ਦੇ ਹਿਸਾਬ ਨਾਲ ਉਹ ਪ੍ਰਾਈਮ ਮਿਨਿਸਟਰ ਸੀ। ਹੁਣ ਉਹਨਾਂ ਨੂੰ ਡੇਰੇ ਦੇ ਹਮਲੇ ਵਿੱਚ ਬਚ ਗਏ ਪਿਸ਼ੌਰਾ ਸਿੰਘ ਤੋਂ ਖਤਰਾ ਮਹਿਸੂਸ ਹੋ ਰਿਹਾ ਸੀ, ਕਿਉਂਕਿ ਉਹ ਕਦੇ ਵੀ ਵਾਪਸ ਆ ਕੇ ਤਖਤ ਲਈ ਆਪਣੀ ਦਾਅਵੇਦਾਰੀ ਪੇਸ਼ ਕਰ ਸਕਦਾ ਸੀ। ਇਸ ਲਈ ਜਵਾਰ ਸਿੰਘ ਨੇ ਆਪਣੇ ਬੰਦੇ ਭੇਜ ਕੇ ਪੰਜਾ ਸਾਹਿਬ ਮੱਥਾ ਟੇਕਣਗੇ ਪਿਸ਼ੌਰਾ ਸਿੰਘ ਨੂੰ ਗ੍ਰਿਫਤਾਰ ਕਰਵਾ ਦਿੱਤਾ ਤੇ ਅਟਕ ਦਰਿਆ ਦੇ ਕੰਢੇ ਉਸ ਦਾ ਸਿਰ ਵੱਢ ਕੇ ਦਰਿਆ ਵਿੱਚ ਸੁੱਟ ਦਿੱਤਾ ਗਿਆ। ਜਵਾਰ ਸਿੰਘ ਨੂੰ ਜਦੋਂ ਇਹ ਖਬਰ ਮਿਲੀ ਤਾਂ ਉਸਨੇ ਲਾਹੌਰ ਵਿੱਚ ਦੀਪਮਾਲਾ ਕਰਵਾਈ ਤੇ ਖੁਸ਼ੀਆਂ ਮਨਾਈਆਂ। ਇੱਕ ਗੱਲ ਹੈ, ਆਰਮੀ ਭਾਵੇਂ ਜਿੰਨੀ ਵੀ ਅਨਡਿਸਿਪਲਿਨ ਸੀ, ਪਰ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਤੇ ਕੋਈ ਆਂਚ ਬਰਦਾਸ਼ਤ ਨਹੀਂ ਕਰਦੀ ਸੀ ਤੇ ਇਹੀ ਗਲਤੀ ਜਵਾਰ ਸਿੰਘ ਨੇ ਕੀਤੀ। ਇਸ ਲਈ ਆਰਮੀ ਨੇ ਉਸ ਨੂੰ ਬੁਲਾਇਆ ਤੇ ਖੁੱਲੀ ਪੰਚਾਇਤ ਵਿੱਚ ਸਜ਼ਾਏ ਮੌਤ ਦਿੰਦੇ ਹੋਏ ਸ਼ਰੇਆਮ ਚੁਰਾਏ ਵਿੱਚ ਕਤਲ ਕਰ ਦਿੱਤਾ। ਹੁਣ ਤੱਕ ਆਪਾਂ ਦੇਖਿਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਹੀ ਕਿਸ ਤਰ੍ਹਾਂ ਆਪਣਿਆਂ ਨੇ ਹੀ ਪਿੱਠ ਵਿੱਚ ਖੰਜਰ ਮਾਰੇ, ਕਿਸ ਤਰ੍ਹਾਂ ਰਾਜ ਦਰਬਾਰ ਵਿੱਚ ਸ਼ਰੇਆਮ ਲੜੀਵਾਰ ਕਤਲ ਹੁੰਦੇ ਰਹੇ। ਇਸ ਵੀਡੀਓ ਦੇ ਨੈਕਸਟ ਪਾਰਟ ਵਿੱਚ ਆਪਾਂ ਦੇਖਾਂਗੇ ਕਿ ਅੰਗਰੇਜ਼ਾਂ ਨੇ ਪੰਜਾਬ ਵਿੱਚ ਦਖਲ ਦੇਣਾ ਕਿਵੇਂ ਸ਼ੁਰੂ ਕੀਤਾ, ਕਿਵੇਂ ਅੰਗਰੇਜ਼ਾਂ ਨਾਲ ਹੋਈਆਂ ਜੰਗਾਂ ਵਿੱਚ ਆਪਣਿਆਂ ਨੇ ਹੀ ਸ਼ਰੇਆਮ ਗੱਦਾਰੀ ਕੀਤੀ, ਕੋਹਿਨੂਰ ਹੀਰਾ ਇੰਗਲੈਂਡ ਕਿਵੇਂ ਪਹੁੰਚਿਆ। ਇਸ ਲਈ ਜਨਾਬ ਨੈਕਸਟ ਵੀਡੀਓ ਨੂੰ ਮਿਸ ਨਾ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜ਼ਰੂਰ ਪ੍ਰੈਸ ਕਰ ਦਿਓ। ਵੀਡੀਓ ਪਸੰਦ ਆਇਆ ਹੋਵੇ ਤਾਂ ਲਾਈਕ ਬਟਨ ਤੇ ਕਲਿੱਕ ਕਰਕੇ ਅੱਗੇ ਸ਼ੇਅਰ ਜ਼ਰੂਰ ਕਰਿਓ। ਸਿੱਖ ਅਤੇ ਸਿੱਖੀ ਨਾਲ ਜੁੜੇ ਰਹਿਣ ਲਈ ਹੁਣ ਤੁਸੀਂ ਸਾਨੂੰ ਇੰਸਟਾਗ੍ਰਾਮ ਤੇ ਫੋਲੋ ਵੀ ਕਰ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾਇਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।